ਮੈਨੂੰ ਜੀ ਬਾਹਰ ਭੇਜ ਦਿਓ, ਇਹੀ ਸਵਾਲ ਹੁੰਦਾ। ਕੀ ਰੀਜ਼ਨ ਹੈ ਇਹਦਾ? ਉਹਨਾਂ ਨੂੰ ਸਰਕਾਰਾਂ ਨੇ ਪ੍ਰੋਮਿਸ ਕਰਕੇ ਫਿਰ ਵੀ ਅਜੇ ਤੱਕ ਕੋਈ ਨਾ ਤਾਂ ਕੋਈ ਕਿਸੇ ਪਾਸੇ ਲਾਇਆ, ਨਾ ਕੋਈ ਨੌਕਰੀ ਜਾਂ ਨਾ ਕੋਈ ਇੱਥੇ ਪ੍ਰਾਈਵੇਟ ਸੈਕਟਰ ਵੀ ਐਡਾ ਕੋਈ ਵੱਡਾ ਕੋਈ ਸਪੈਸ਼ਲ ਇਕਨੋਮਿਕ ਜ਼ੋਨ ਨਹੀਂ ਹੈਗਾ ਆਪਣੇ ਪੰਜਾਬ ਦੇ ਵਿੱਚ। ਤਾਂ ਕਰਕੇ ਸਟੂਡੈਂਟਸ ਜਿਹੜੇ ਨੇ ਉਹ ਬਾਹਰ ਦਾ ਰੁੱਖ ਕਰਦੇ ਨੇ। ਕੀ ਕਾਲਜ ਅਰੇਂਜ ਕਰ ਦਿੰਦਾ ਜਾਂ ਆਪਣੇ ਤੌਰ ਤੇ ਉੱਥੇ ਕੋਈ ਐਡੀ ਪ੍ਰੋਬਲਮ ਨਹੀਂ ਆਉਂਦੀ ਕਿ ਆਪਾਂ ਆਰਾਮ ਦੇ ਨਾਲ ਜਿਹੜੇ ਅਕੋਮੋਡੇਸ਼ਨ ਵਗੈਰਾ ਲੱਭ ਸਕਦੇ? ਫੀਮੇਲ ਸਟੂਡੈਂਟਸ ਦਾ ਜਿੱਥੇ ਤੱਕ ਸਵਾਲ ਹੈ, ਅਸੀਂ ਪਹਿਲਾਂ ਹੀ ਰეკਮੈਂਡ ਕਰਦੇ ਹਾਂ ਕਿ ਉਹਨਾਂ ਨੂੰ ਇੱਥੋਂ ਹੀ ਇੰਡੀਆ ਤੋਂ ਹੀ ਅਕੋਮੋਡੇਸ਼ਨ ਅਰੇਂਜ ਕਰਕੇ ਜਾਣਾ ਚਾਹੀਦਾ, ਕਿਉਂਕਿ ਉੱਥੇ ਜਾ ਕੇ ਜਦੋਂ ਤੁਸੀਂ ਲੈਂਡ ਕਰੋ ਫਿਰ ਤੁਸੀਂ ਅਕੋਮੋਡੇਸ਼ਨ ਦੇਖਣਾ ਸ਼ੁਰੂ ਕਰੋਗੇ ਤਾਂ ਕਿਤੇ ਵੀ ਕਿ ਤੁਸੀਂ ਅੱਜ ਦਿੱਲੀ ਹੀ ਚਲੇ ਜਾਓ, ਜੇ ਤੁਹਾਡੇ ਕੋਲ ਅਕੋਮੋਡੇਸ਼ਨ ਨਹੀਂ ਹੈਗੀ ਤੁਹਾਨੂੰ ਥੋੜ੍ਹਾ ਜਿਹਾ ਮੁਸ਼ਕਿਲ ਤਾਂ ਆਊਗਾ। ਬਾਹਰ ਜਾਣ ਦਾ ਉਹਨਾਂ ਦੇ ਵਿੱਚ ਕਰੇਜ਼ ਹੁੰਦਾ ਕਿ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਅਸੀਂ ਤੁਹਾਡਾ ਫੇਕ ਡਾਕੂਮੈਂਟ ਲਗਾਤਾ। ਡਾਕੂਮੈਂਟ ਤੁਹਾਨੂੰ ਕਿਸੇ ਏਜੰਟ ਨੇ ਕਹਿ ਦਿੱਤਾ ਕਿ ਮੈਂ ਤੁਹਾਡਾ ਡਾਕੂਮੈਂਟ ਫੇਕ ਲਗਾਊਂਗਾ, ਤੁਸੀਂ ਜੇ ਸਟੂਡੈਂਟ ਮੈਨੂੰ ਸੁਣ ਰਹੇ ਨੇ ਤਾਂ ਉਹ ਪਹਿਲੀ ਗੱਲ ਹੀ ਉੱਥੇ ਮਨਾ ਕਰ ਦੇਣੀ ਚਾਹੀਦਾ ਉਹਨਾਂ ਨੂੰ ਕਿ ਅਸੀਂ ਇਹ ਐਪਲੀਕੇਸ਼ਨ ਇੱਥੇ ਹੀ ਅੱਗੇ ਨਹੀਂ ਲੈ ਕੇ ਜਾਣੀ। ਤਾਂ ਸਟੂਡੈਂਟ ਕਈ ਘਬਰਾ ਜਾਂਦੇ ਨੇ ਕਿ ਹੁਣ ਅਸੀਂ ਕੀ ਕਰੀਏ, ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ, ਤਾਂ ਫਿਰ ਉਹ ਇੰਡੀਅਨ ਅੰਬੈਸੀ ਦੇ ਨਾਲ ਗੱਲ ਕਰਨ ਜਾਂ ਕੈਨੇਡੀਅਨ ਆਫਿਸ ਦੇ ਨਾਲ ਕਿਸੇ ਆਫਿਸਰ ਦੇ ਨਾਲ ਗੱਲ ਕਰਨ, ਕਿੱਥੇ ਉਹ ਜਾਣ? ਦੇਖੋ ਜੀ, ਇੰਡੀਅਨ ਐਮਬੈਸੀ ਦੇ ਨਾਲ ਵੀ ਗੱਲ ਕਰ ਸਕਦੇ ਨੇ। ਇੰਡੀਅਨ ਐਮਬੈਸੀ ਜਿਹੜੀ ਉੱਥੇ ਹੈਗੀ ਆ ਉਹ ਇਸ ਚੀਜ਼ ਲਈ ਅੱਗੇ ਐਕਸ਼ਨ ਵੀ ਕਰ ਸਕਦੀ ਹੈ। ਉੱਥੇ ਜਾ ਕੇ ਇੱਕ ਮੇਨ ਪ੍ਰੋਬਲਮ ਸੁਣਨ ਦੇ ਵਿੱਚ ਆ ਰਹੀ ਹੈ ਕਿ ਕਾਲਜ ਜਾਂ ਯੂਨੀਵਰਸਿਟੀ ਜਿਹੜੀ ਬਲੈਕ ਲਿਸਟ ਹੋ ਗਈ। ਉਹ ਤਾਂ ਹੁੰਦੀਆਂ ਨੇ, ਮੰਨ ਲਓ ਤੁਸੀਂ ਤੁਹਾਡੇ ਸਟੂਡੈਂਟ ਜਿਹੜਾ ਤੁਸੀਂ ਆਪ ਹੀ ਯੂਨੀਵਰਸਿਟੀ ਬਣਾਈ ਹੋਈ ਆ, ਤੁਹਾਡੇ ਕੋਲ ਸਟੂਡੈਂਟ ਆਇਆ, ਤੁਸੀਂ ਕਿਹਾ ਕਿ ਠੀਕ ਹੈ ਤੇਰੀ ਹਾਜ਼ਰੀ ਲੱਗੀ ਹੋਈ ਆ, ਤੂੰ ਜਾ ਆਪਣਾ ਕੰਮ ਕਰ ਲੈ। ਉਹ ਸਟੂਡੈਂਟ ਨੇ ਟੈਕਸੀ ਚਲਾਉਂਦੇ ਹੋਏ ਕਿਤੇ ਗਲਤੀ ਕਰ ਦਿੱਤੀ, ਉੱਥੇ ਉਹਦਾ ਚਲਾਨ ਹੋ ਗਿਆ। ਸਰਕਾਰ ਨੂੰ ਦੋਨੇ ਚੀਜ਼ਾਂ ਪਤਾ ਲੱਗ ਗਈਆਂ ਕਿ ਇਹਦੀ ਹਾਜ਼ਰੀ ਵੀ ਲੱਗੀ ਹੋਈ ਹੈ ਤੇ ਇਹਨੇ ਉੱਥੇ ਗਲਤੀ ਵੀ ਕਰ ਦਿੱਤੀ ਹੈ, ਤਾਂ ਉਹ ਸਟੂਡੈਂਟ ਦੇ ਐਕਸ਼ਨ ਲੈਣਗੇ, ਪਰ ਉਹ ਸਭ ਤੋਂ ਵੱਡਾ ਐਕਸ਼ਨ ਯੂਨੀਵਰਸਿਟੀ ਨੂੰ ਬਲੈਕ ਲਿਸਟ ਕਰਨਾ। ਸਟੂਡੈਂਟ ਕੋਲ ਕੀ ਆਪਸ਼ਨ ਬਚਦਾ ਕਿ ਕੋਈ ਲੀਗਲ ਐਕਸ਼ਨ ਉੱਥੇ ਉਹ ਸਰਕਾਰ ਤੇ ਅਪੀਲ ਕੋਈ ਕਰ ਸਕਦਾ ਜਾਂ ਉਹਨੂੰ ਆਪਣੀ ਕੰਟਰੀ ਵਾਪਸ ਆਉਣਾ ਪਊ? ਪਿਆਰੇ ਦਰਸ਼ਕੋ, ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ। ਇਸ ਟਾਈਮ ਮੌਜੂਦ ਹਾਂ ਜੀ ਸ਼ਹਿਰ ਸਰਹੰਦ ਦੇ ਵਿੱਚ। ਦਰਸ਼ਕੋ, ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਦੇ ਵਿੱਚ ਜਿਹੜਾ ਫੋਰਨ ਕੰਟਰੀਜ਼ ਦੇ ਵਿੱਚ ਬਾਹਰ ਜਾਣ ਦਾ ਜਿਹੜਾ ਚਲਣ ਬਹੁਤ ਵੱਧ ਰਿਹਾ ਹੈ। +2 ਤੋਂ ਬਾਅਦ ਜ਼ਿਆਦਾਤਰ ਸਟੂਡੈਂਟਸ ਨੇ ਜਿਹੜੇ ਬਾਹਰ ਫੋਰਨ ਦੇ ਵਿੱਚ ਜਾ ਕੇ ਸਟੱਡੀ ਕਰਨ ਨੂੰ ਪ੍ਰੈਫਰ ਕਰ ਰਹੇ ਨੇ। ਇਹਦੇ ਕੁਝ ਰੀਜ਼ਨ ਨੇ, ਕੁਝ ਤਾਂ ਕਹਿ ਦਿੰਦੇ ਨੇ ਕਿ ਸਰਕਾਰਾਂ ਤੋਂ ਦੁਖੀ ਹੋ ਕੇ, ਸਰਕਾਰ ਦੀਆਂ ਬਣਾਈਆਂ ਨੀਤੀਆਂ ਤੋਂ ਦੁਖੀ ਹੋ ਕੇ ਅਸੀਂ ਬਾਹਰ ਜਾ ਰਹੇ ਹਾਂ। ਅਤੇ ਜਦੋਂ ਸਟੂਡੈਂਟ ਉੱਥੇ ਲੈਂਡ ਕਰ ਜਾਂਦਾ, ਉੱਥੇ ਜਾ ਕੇ ਵੀ ਕਾਫੀ ਪ੍ਰੋਬਲਮਸ ਆਉਂਦੀਆਂ ਨੇ। ਸਾਡੇ ਨਾਲ ਇਸੇ ਮੁੱਦੇ 'ਤੇ ਅੱਜ ਗੱਲਬਾਤ ਕਰਨ ਦੇ ਲਈ ਬਾਈ ਭੁਪਿੰਦਰ ਸਿੰਘ ਹੋਣੀ ਮੌਜੂਦ ਨੇ, ਜਿਹੜੇ ਐਕਸਪਰਟ ਨੇ ਇਸ ਕੰਮ ਦੇ, ਇਮੀਗ੍ਰੇਸ਼ਨ ਦੇ ਕੰਮ ਦੇ ਐਕਸਪਰਟ ਨੇ। ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਅਤੇ ਸਟੂਡੈਂਟ ਜਿਹੜੇ ਨੇ ਉਹਨਾਂ ਤੋਂ ਕਿੱਦਾਂ ਬਚ ਸਕਦੇ ਨੇ। ਆਓ ਪਹਿਲਾਂ ਬਾਈ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ, ਅੱਜ ਕੱਲ੍ਹ ਦਾ ਟਰੈਂਡ ਜ਼ਿਆਦਾ ਚੱਲ ਰਿਹਾ ਹੈ ਕਿ ਸਟੂਡੈਂਟ ਨੇ +2 ਕੀਤੀ, ਏਜੰਟ ਕੋਲ ਆਇਆ, ਮੈਨੂੰ ਜੀ ਬਾਹਰ ਭੇਜ ਦਿਓ, ਇਹੀ ਸਵਾਲ ਹੁੰਦਾ। ਕੀ ਰੀਜ਼ਨ ਹੈ ਇਹਦਾ? ਇਹਦਾ ਰੀਜ਼ਨ ਇਹੀ ਹੈ ਜੀ, ਜਦੋਂ ਤੁਸੀਂ ਇੱਥੇ ਤੁਸੀਂ ਸਟੂਡੈਂਟਸ ਨੂੰ ਦੇਖਿਆ, ਹੋਰ ਬਹੁਤ ਤੁਹਾਡੇ ਨਾਲ ਦੇ ਵੀ ਹੋਣਗੇ ਜਿਨ੍ਹਾਂ ਨੇ ਇੱਥੇ ਕਈ ਡਿਗਰੀਜ਼ ਵੀ ਕੀਤੀਆਂ ਨੇ, ਕਈ ਕੁਛ ਕੀਤਾ, ਪਰ ਉਹਨਾਂ ਨੂੰ ਸਰਕਾਰਾਂ ਨੇ ਪ੍ਰੋਮਿਸ ਕਰਕੇ ਫਿਰ ਵੀ ਅਜੇ ਤੱਕ ਕੋਈ ਨਾ ਤਾਂ ਕੋਈ ਕਿਸੇ ਪਾਸੇ ਲਾਇਆ, ਨਾ ਕੋਈ ਨੌਕਰੀ ਜਾਂ ਨਾ ਕੋਈ ਇੱਥੇ ਪ੍ਰਾਈਵੇਟ ਸੈਕਟਰ ਵੀ ਐਡਾ ਕੋਈ ਵੱਡਾ ਕੋਈ ਸਪੈਸ਼ਲ ਇਕਨੋਮਿਕ ਜ਼ੋਨ ਨਹੀਂ ਹੈਗਾ ਆਪਣੇ ਪੰਜਾਬ ਦੇ ਵਿੱਚ। ਤਾਂ ਕਰਕੇ ਸਟੂਡੈਂਟਸ ਜਿਹੜੇ ਨੇ ਉਹ ਬਾਹਰ ਦਾ ਰੁੱਖ ਕਰਦੇ ਨੇ, ਕਿਉਂਕਿ ਜਿੰਨਾ ਕੁ ਉਹਨਾਂ ਦਾ ਡਿਗਰੀ 'ਤੇ ਇੱਥੇ ਕਿਸੇ ਵਧੀਆ ਕਾਲਜ ਦੇ ਵਿੱਚ ਕਿਸੇ ਵਧੀਆ ਡਿਗਰੀ 'ਤੇ ਜਿੰਨਾ ਖਰਚਾ ਹੋਣਾ, ਉਸ ਤੋਂ ਥੋੜ੍ਹਾ ਜਿਹਾ ਮਿਲਾ ਕੇ ਉਹਦੇ ਵਿੱਚ ਤੇ ਉਹ ਸਟੂਡੈਂਟ ਜਿਹੜੇ ਨੇ ਉਹ ਹੋਰ ਕਿਸੇ ਕੰਟਰੀ 'ਚ ਜਾ ਕੇ ਨਾਲੇ ਤਾਂ ਉੱਥੇ ਪੜ੍ਹਦੇ ਨੇ, ਨਾਲੇ ਉਹਨਾਂ ਦੇ ਕੰਮ ਦਾ ਉੱਥੇ ਮੁੱਲ ਪੈਂਦਾ, ਨਾਲੇ ਉੱਥੇ ਉਹ ਸੈਟਲ ਹੋ ਸਕਦੇ ਨੇ। ਬਾਈ, ਕਿੰਨੇ ਕੁ ਸਟੂਡੈਂਟ ਤੁਹਾਡੇ ਕੋਲ ਕਹਿ ਸਕਦੇ ਹਾਂ ਕਿ ਆਪਾਂ ਜਿਵੇਂ ਲਾ ਲਓ +2 ਕੀਤੀ ਸੈਮ ਦੇ ਵਿੱਚ, ਉਸ ਦੇ ਵਿੱਚ ਕਿੰਨੇ ਕੁ % ਸਟੂਡੈਂਟ +2 ਕਰਨ ਤੋਂ ਬਾਅਦ ਬਾਹਰ ਜਾਣਾ ਪ੍ਰੈਫਰ ਕਰਦੇ ਨੇ? ਸਾਡੇ ਕੋਲ ਜਿਹੜਾ ਸਾਡੇ ਕੋਲ ਡਾਟਾ ਹੈਗਾ, ਜਿੱਦਾਂ ਸਾਡੇ ਕੋਲ ਜਾਣਕਾਰੀ ਜਿਹੜੀ ਆਪਣੇ ਸ਼ਹਿਰ ਦੀ ਹੈਗੀ ਆ, ਉਹਦੇ ਹਿਸਾਬ ਦੇ ਨਾਲ 80% ਸਟੂਡੈਂਟਸ ਜਿਹੜੇ ਨੇ ਉਹ ਪ੍ਰੈਫਰ ਕਰਦੇ ਨੇ ਕਿ ਅਸੀਂ ਕਿਸੇ ਹੋਰ ਕੰਟਰੀ 'ਚ ਜਾ ਕੇ ਸੈਟਲ ਹੋ ਜਾਈਏ। ਕਿਹੜੀ ਕੰਟਰੀ ਨੂੰ ਜ਼ਿਆਦਾਤਰ ਪ੍ਰੈਫਰ ਕਰਦੇ ਨੇ? ਕਿਉਂਕਿ ਚੱਲਣ ਕਾਫੀ ਕੰਟਰੀਆਂ ਦਾ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, UK ਵੀ ਕਾਫੀ ਸਟੂਡੈਂਟਸ ਪ੍ਰੈਫਰ ਕਰਦੇ ਨੇ। ਕਿਹੜੀ ਕੰਟਰੀ ਦੇ ਕੇਸਿਸ ਤੁਹਾਡੇ ਕੋਲ ਜ਼ਿਆਦਾ ਆ ਰਹੇ ਨੇ?
ਸਾਡੇ ਕੋਲ ਬੇਸਿਕਲੀ ਸਭ ਤੋਂ ਜ਼ਿਆਦਾ ਕੈਨੇਡਾ ਇਸ ਟਾਈਮ ਜ਼ਿਆਦਾ ਸਟੂਡੈਂਟਸ ਪ੍ਰੈਫਰ ਕਰਦੇ ਨੇ, ਕਿਉਂਕਿ ਕੈਨੇਡਾ ਦੇ ਵਿੱਚ ਇਹ ਹੈ ਕਿ ਬੱਚਾ ਜਲਦੀ ਪਰਮਾਨੈਂਟ ਰੈਜ਼ੀਡੈਂਸ ਵੱਲ ਉਹਨੂੰ ਕਲੀਅਰ ਹੈ ਕਿ ਪਰਮਾਨੈਂਟ ਰੈਜ਼ੀਡੈਂਸ ਮੇਰੀ ਹੋ ਸਕਦੀ ਹੈ ਉੱਥੇ। ਹੋਰ ਕੰਟਰੀਜ਼ ਜਿੱਦਾਂ ਆਸਟ੍ਰੇਲੀਆ ਹੈ ਇਸ ਟਾਈਮ ਥੋੜ੍ਹਾ ਜਿਹਾ ਡਿਫਿਕਲਟ ਹੈ, ਵੀ ਜਿਹੜਾ ਜ਼ਿਆਦਾ ਹੀ ਟੈਲੈਂਟਡ ਹੈਗਾ ਇਸ ਟਾਈਮ, ਜਿਹੜੇ ਸਟੂਡੈਂਟਸ ਉੱਥੇ ਆਲਰੇਡੀ ਗਏ ਹੋਏ ਨੇ ਉਹ ਵੀ PR ਨਹੀਂ ਹੋ ਪਾ ਰਹੇ, ਤਾਂ ਇਸ ਕਰਕੇ ਥੋੜ੍ਹਾ ਜਿਹਾ ਉੱਥੇ ਨਾ ਡਿਸਟੋਰਸ਼ਨ ਹੈਗੀ ਹੈ। ਹੋਰ ਕੰਟਰੀਜ਼ ਜਿਹੜੀਆਂ ਜਿੱਦਾਂ ਤੁਸੀਂ UK ਕਹਿ ਰਹੇ ਹੋ ਜਾਂ ਹੋਰ ਕੋਈ ਕੰਟਰੀ ਹੈ, ਤਾਂ ਉੱਥੇ ਜਾਣ ਦਾ ਮੇਨ ਕਾਰਨ ਇਹੀ ਹੁੰਦਾ ਜਾਂ ਤਾਂ ਸਟੂਡੈਂਟ ਦਾ ਰਿਫਿਊਜ਼ਲ ਪਹਿਲਾਂ ਕੈਨੇਡਾ ਦਾ ਹੋ ਚੁੱਕਿਆ ਹੁੰਦਾ, ਕਿਸੇ ਗਲਤ ਏਜੰਟ ਦੇ ਧੱਕੇ ਚੜ੍ਹ ਕੇ ਉਹ ਆਪਣੀ ਐਪਲੀਕੇਸ਼ਨ ਨੂੰ ਖਰਾਬ ਕਰ ਚੁੱਕੇ ਹੁੰਦੇ ਨੇ। ਇਸ ਕਰਕੇ ਉਹ ਫਿਰ ਜਾਂ ਤਾਂ ਫਿਰ ਉਹਨਾਂ ਦੇ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ, ਉਹ ਫਿਰ ਦੂਜੀ ਕੰਟਰੀ ਨੂੰ ਪ੍ਰੈਫਰ ਕਰਦੇ ਨੇ। ਫੇਕ ਏਜੰਟਸ ਦੀ ਤੁਸੀਂ ਨੇ ਕਿਸੇ ਗਲਤ ਏਜੰਟ ਦੀ ਗੱਲ ਕੀਤੀ, ਜਦੋਂ ਕੋਈ ਏਜੰਟ ਸਟੂਡੈਂਟ ਜਾਂਦਾ ਏਜੰਟ ਦੇ ਕੋਲ ਕਿ ਜੀ ਮੈਨੂੰ ਬਾਹਰ ਭੇਜ ਦਿਓ, ਕਾਫੀ ਏਜੰਟਸ ਇੱਦਾਂ ਦੇ ਹੁੰਦੇ ਨੇ ਕਿ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦੇ ਨੇ, ਉਹਨੇ ਕੁਝ ਡਾਕੂਮੈਂਟਸ ਜਿਹੜੇ ਨੇ ਗਲਤ ਲਾਤੇ, ਕੋਈ ਨਕਲੀ ਲਗਾਤੇ। ਕੀ ਸਟੂਡੈਂਟ ਇਹ ਸਿਰਫ ਇੱਕ ਹੁੰਦਾ ਕਿ ਬਾਹਰ ਜਾਣ ਦਾ ਉਹਨਾਂ ਦੇ ਵਿੱਚ ਕਰੇਜ਼ ਹੁੰਦਾ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਅਸੀਂ ਤੁਹਾਡਾ ਇਹ ਫੇਕ ਡਾਕੂਮੈਂਟ ਲਗਾਤਾ, ਅਤੇ ਫਿਰ ਅੰਬੈਸੀ ਦੇ ਵਿੱਚ ਜਾ ਕੇ ਜਦੋਂ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਉਹਦਾ ਜਿਹੜਾ ਬੈਨ ਲੱਗ ਜਾਂਦਾ, 5 ਸਾਲ ਦਾ ਲੱਗ ਗਿਆ, ਕਿਸੇ ਪਰ 10 ਸਾਲ ਦਾ ਲੱਗ ਗਿਆ, ਇਹਦਾ ਕੀ ਰੀਜ਼ਨ ਹੈਗਾ ਅਤੇ ਕੀ ਸਟੂਡੈਂਟ ਦੇ ਕੋਲ ਫਿਰ ਆਪਸ਼ਨ ਬਚਦੀ ਆ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਡਾਕੂਮੈਂਟ ਤੁਹਾਨੂੰ ਕਿਸੇ ਏਜੰਟ ਨੇ ਕਹਿ ਦਿੱਤਾ ਕਿ ਮੈਂ ਤੁਹਾਡਾ ਡਾਕੂਮੈਂਟ ਫੇਕ ਲਗਾਊਂਗਾ, ਤੁਸੀਂ ਜੇ ਸਟੂਡੈਂਟ ਮੈਨੂੰ ਸੁਣ ਰਹੇ ਨੇ ਤਾਂ ਉਹ ਪਹਿਲੀ ਗੱਲ ਹੀ ਉੱਥੇ ਮਨਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਕਿ ਅਸੀਂ ਇਹ ਐਪਲੀਕੇਸ਼ਨ ਇੱਥੇ ਹੀ ਅੱਗੇ ਨਹੀਂ ਲੈ ਕੇ ਜਾਣੀ, ਪ੍ਰੋਸੈਸ ਨਹੀਂ ਕਰਨੀ। ਕਿਉਂਕਿ ਜੇ ਅਸੀਂ ਤੁਸੀਂ ਪਹਿਲੇ ਕਿਸੇ ਕੰਮ ਦੀ ਨੀਂਹ ਹੀ ਗਲਤ ਰੱਖ ਰਹੇ ਹੋ, ਤਾਂ ਉਹ ਅੱਗੇ ਜਾ ਕੇ ਜਦੋਂ ਕੱਲ੍ਹ ਨੂੰ ਤੁਸੀਂ ਪਰਮਾਨੈਂਟ ਹੋਣਾ ਹੈ ਜਾਂ ਤੁਸੀਂ ਵਰਕ ਪਰਮਿਟ ਲੈਣਾ, ਫਿਰ ਵੀ ਤੁਹਾਨੂੰ ਉਹਨਾਂ ਚੀਜ਼ਾਂ ਦੀ ਜ਼ਰੂਰਤ ਪਏਗੀ। ਬੇਸ਼ੱਕ ਤੁਸੀਂ ਇੱਥੇ ਕਈ ਵਾਰੀ ਇੱਥੇ ਨਹੀਂ ਰੁਕਦੇ, ਤੁਸੀਂ ਕੈਨੇਡਾ ਚਲੇ ਵੀ ਗਏ ਤਾਂ ਵੀ ਅੱਗੇ ਜਾ ਕੇ ਪ੍ਰੋਬਲਮ ਆ ਜਾਂਦੀ ਹੈ। ਪਰ ਇੱਕ ਗੱਲ ਹੋਰ ਵੀ ਹੈ, ਜਿਹੜੇ ਏਜੰਟਸ ਹੈਗੇ ਨੇ ਕਈ, ਉਹ ਸਟੂਡੈਂਟ ਨੂੰ ਦੱਸਦੇ ਹੀ ਨਹੀਂ, ਉਹ ਸਟੂਡੈਂਟ ਨੂੰ ਬਿਨਾਂ ਦੱਸੇ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਲਗਾ ਦਿੰਦੇ ਨੇ। ਹਾਂਜੀ, ਤਾਂ ਇਸ ਲਈ ਸਟੂਡੈਂਟ ਨੂੰ ਪਹਿਲਾਂ ਹੀ ਜਦੋਂ ਮੰਨ ਲਓ ਇੱਕ ਵਾਰੀ ਰਿਫਿਊਜ਼ਲ ਆ ਗਿਆ ਜਾਂ ਕਿਤੇ ਇੱਕ ਵਾਰੀ ਬੈਨ ਆ ਗਿਆ, ਤਾਂ ਸਟੂਡੈਂਟ ਨੂੰ ਸਾਰੀ ਜਿਹੜੀ ਵੈਰੀਫਿਕੇਸ਼ਨ ਹੈਗੀ ਆ ਉਹ ਕੇਪਸ ਨੋਟ ਦੇ ਥਰੂ ਕਰਨੀ ਚਾਹੀਦੀ ਹੈ ਕਿ ਮੇਰੀ ਐਪਲੀਕੇਸ਼ਨ ਦੇ ਵਿੱਚ ਕੀ ਲੱਗਿਆ ਸੀ। ਅਸਲ 'ਚ ਰਿਫਿਊਜ਼ਲ ਲੈਟਰ ਜਿਹੜਾ ਹੁੰਦਾ ਉਹ ਇੱਕ ਬੜੀ ਅਧੂਰੀ ਜਿਹੀ ਜਾਣਕਾਰੀ ਹੁੰਦੀ ਹੈ। ਜਦੋਂ ਕੇਪਸ ਨੋਟ ਅਸੀਂ ਅਪਲਾਈ ਕਰਦੇ ਹਾਂ, ਜਿੱਦਾਂ ਆਪਣੇ ਇੰਡੀਆ 'ਚ ਰਾਈਟ ਟੂ ਇਨਫੋਰਮੇਸ਼ਨ ਐਕਟ ਹੈਗਾ, ਉਸੇ ਤਰੀਕੇ ਨਾਲ ਕੈਨੇਡਾ 'ਚ ਐਕਸੈਸ ਟੂ ਇਨਫੋਰਮੇਸ਼ਨ ਹੈਗਾ, ਤਾਂ ਉਹਦੇ ਵਿੱਚ ਅਸੀਂ ਜਿਹੜਾ ਸਟੂਡੈਂਟ ਹੈਗਾ ਉਹਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿ ਐਪਲੀਕੇਸ਼ਨ ਦੇ ਵਿੱਚ ਕੀ ਲੱਗਿਆ ਸੀ, ਕਿਹੜਾ ਡਾਕੂਮੈਂਟ ਜਾਲੀ ਸੀਗਾ। ਤਾਂ ਉਹਦੇ ਨਾਲ ਫਿਰ ਸਟੂਡੈਂਟ ਜਿਹੜਾ ਕੱਲ੍ਹ ਨੂੰ ਆਪਣੇ ਏਜੰਟ ਨੂੰ ਵੀ ਕਹਿਣ ਜੋਗਾ ਹੋ ਜਾਂਦਾ ਕਿ ਤੁਸੀਂ ਲੀਗਲ ਐਕਸ਼ਨ ਲੈਣ ਜੋਗਾ ਲੈ ਸਕਦਾ ਜੀ, ਬਿਲਕੁਲ ਲੈ ਸਕਦਾ। ਹਾਂਜੀ। ਅਤੇ ਸਰ, ਜਦੋਂ ਆਪਾਂ ਸਟੂਡੈਂਟ ਤੁਹਾਡੇ ਕੋਲ ਆ ਜਾਂਦਾ ਕਿ ਕੋਰਸ ਦੇ ਰਿਗਾਰਡਿੰਗ ਕੁਝ ਡਿਸਕਸ਼ਨ ਕਰਨ ਦੇ ਲਈ, ਸਟੂਡੈਂਟ ਦੀ ਕੁਛ ਆਪਣੀ ਆਪਸ਼ਨ ਹੁੰਦੀ ਜਾਂ ਏਜੰਟ ਵੱਲੋਂ ਕਹਿ ਦਿੱਤਾ ਜਾਂਦਾ ਕਿ ਤੁਸੀਂ ਇਹ ਕੋਰਸ ਲੈ ਕੇ ਚਲੇ ਜਾਓ, ਜਾਂ ਕੋਈ ਸਟੂਡੈਂਟ ਦੀ ਸਪੈਸ਼ਲ ਪ੍ਰੈਫਰੈਂਸ ਹੁੰਦੀ ਕਿ ਮੈਨੂੰ ਇਸ ਕੋਰਸ ਦੇ ਵਿੱਚ ਭੇਜ ਦਿਓ? ਦੇਖੋ, ਅੱਜ ਕੱਲ੍ਹ ਸਟੂਡੈਂਟਸ ਦੇ ਫੈਲੋ ਸਟੂਡੈਂਟਸ ਪਹਿਲਾਂ ਹੀ ਆਲਰੇਡੀ ਕੈਨੇਡਾ ਦੇ ਵਿੱਚ ਜਾਂ ਹੋਰ ਕੰਟਰੀ ਦੇ ਵਿੱਚ ਹੁੰਦੇ ਨੇ। ਜਿਹੜੀ ਕੰਟਰੀ ਦੇ ਵਿੱਚ ਸਟੂਡੈਂਟ ਜਾਣਾ ਚਾਹੁੰਦਾ, ਪਹਿਲਾਂ ਉਹ ਉੱਥੇ ਜਾਂ ਤਾਂ ਉਹ ਆਪਣੇ ਨਾਲਦਿਆਂ ਦੇ ਕੋਲ ਜਾਣਾ ਚਾਹੁੰਦਾ, ਜਿਹੜੇ ਉਹਦੇ ਰਿਸ਼ਤੇਦਾਰ ਨੇ ਜਾਂ ਉਹਦੇ ਦੋਸਤ ਨੇ, ਉੱਥੇ ਜਾਣਾ ਚਾਹੁੰਦਾ, ਤਾਂ ਉਹ ਸਟੂਡੈਂਟ ਦੀ ਪ੍ਰੈਫਰੈਂਸ ਵੀ ਦੇਖੀ ਜਾਂਦੀ ਹੈ। ਦੂਜੀ ਗੱਲ, ਅਸੀਂ ਇਹ ਵੀ ਦੇਖਦੇ ਹਾਂ ਕਿ ਜੇ ਅਸੀਂ ਵੀ ਸਲਾਹ ਦਿੰਦੇ ਸਟੂਡੈਂਟ ਨੂੰ ਕਿ ਤੁਹਾਡੀ ਜਿਹੜੀ ਪਰਮਾਨੈਂਟ ਰੈਜ਼ੀਡੈਂਸ, ਜਿਹੜਾ ਤੁਹਾਡਾ ਕੋਰਸ ਚੁਣਿਆ ਤੁਸੀਂ, ਉਹਦੇ ਹਿਸਾਬ ਦੇ ਨਾਲ ਤੁਹਾਡੀ ਪ੍ਰਾਇਰ ਜਿਹੜੀ ਪਿਛਲੀ ਸਟੱਡੀ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਇਸ ਸਟੇਟ ਜਾਂ ਇਸ ਪ੍ਰੋਵਿੰਸ ਦੇ ਵਿੱਚ ਜਾ ਕੇ ਪਰਮਾਨੈਂਟ ਰੈਜ਼ੀਡੈਂਸ ਈਜ਼ੀਲੀ ਲੈ ਸਕਦੇ ਹੋ ਅਤੇ ਤੁਸੀਂ ਸੈਟਲ ਹੋ ਸਕਦੇ ਹੋ। ਇਸ ਕਰਕੇ ਫਿਰ ਜਾਂ ਤਾਂ ਸਾਡੀ ਸਲਾਹ ਵੀ ਸਟੂਡੈਂਟ ਮੰਨ ਲੈਂਦੇ ਨੇ, ਜਾਂ ਜਿੱਦਾਂ ਉਹਨਾਂ ਨੇ ਜੇ ਐਡਮੈਂਟ ਹੈਗੇ ਨੇ ਕਿ ਅਸੀਂ ਜੀ ਇਸੇ ਕਾਲਜ 'ਚ ਜਾਣਾ ਹੈ, ਇਸੇ ਜਗ੍ਹਾ 'ਤੇ ਜਾਣਾ, ਤਾਂ ਫਿਰ ਅਸੀਂ ਉੱਦਾਂ ਦਾ ਪ੍ਰੋਸੈਸ ਕਰ ਦਿੰਦੇ ਹਾਂ। ਅਸੀਂ ਕਿਸੇ ਨੂੰ ਬੰਧਨ 'ਚ ਨਹੀਂ ਰੱਖਦੇ ਕਿ ਹਾਂਜੀ ਅਸੀਂ ਤੁਹਾਨੂੰ ਇੱਥੇ ਭੇਜਣਾ ਹੈ, ਅਸੀਂ ਇੱਥੇ ਹੀ ਤੁਹਾਨੂੰ ਕਰਨਾ, ਕਿਉਂਕਿ ਸਾਡੇ ਕੋਲ ਆਲਮੋਸਟ ਸਾਰੀਆਂ ਯੂਨੀਵਰਸਿਟੀਜ਼ ਦਾ ਐਕਸੈਸ ਹੁੰਦਾ ਹੀ ਹੈ। ਇਸ ਕਰਕੇ ਅਸੀਂ ਇੱਦਾਂ ਨਹੀਂ ਕਰਦੇ। ਠੀਕ ਹੈ ਸਰ, ਜਦੋਂ ਸਟੂਡੈਂਟ ਕਿਸੇ ਵੀ ਕੰਟਰੀ ਦੇ ਵਿੱਚ ਲੈਂਡ ਹੋ ਗਿਆ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, UK ਹੋਵੇ, ਉੱਥੇ ਜਾ ਕੇ ਇੱਕ ਮੇਨ ਪ੍ਰੋਬਲਮ ਸੁਣਨ ਦੇ ਵਿੱਚ ਆ ਰਹੀ ਹੈ ਕਿ ਕਾਲਜ ਜਾਂ ਯੂਨੀਵਰਸਿਟੀ ਜਿਹੜੀ ਬਲੈਕ ਲਿਸਟ ਹੋ ਗਈ, ਤਾਂ ਫਿਰ
ਉਹਦਾ ਕੀ ਰੀਜ਼ਨ ਹੁੰਦਾ ਕਿ ਏਜੰਟ ਦਾ ਧੋਖਾ ਕੀਤਾ ਹੁੰਦਾ ਸਟੂਡੈਂਟ ਨਾਲ, ਜਾਂ ਉਹ ਯੂਨੀਵਰਸਿਟੀ ਦੇ ਜਿਹੜੇ ਪੇਪਰ ਵਰਕ ਸਹੀ ਨਹੀਂ ਹੁੰਦਾ ਉੱਥੇ ਦੀ ਮੌਜੂਦਾ ਸਰਕਾਰ ਦੇ ਨਾਲ? ਦੇਖੋ ਜੀ, ਯੂਨੀਵਰਸਿਟੀ ਬਲੈਕ ਲਿਸਟ ਹੋਣਾ ਕੋਈ ਛੋਟੀ ਚੀਜ਼ ਨਹੀਂ ਹੁੰਦੀ। ਯੂਨੀਵਰਸਿਟੀ ਬਲੈਕ ਲਿਸਟ, ਪਹਿਲੀ ਗੱਲ, ਜੇ ਤਾਂ ਤੁਸੀਂ ਕੈਨੇਡਾ ਆਪਟ ਕਰਦੇ ਹੋ ਤਾਂ ਕੈਨੇਡਾ ਦੇ ਵਿੱਚ ਇਹ ਆਪਸ਼ਨ, ਇਹ ਪ੍ਰੋਬਲਮ ਬਹੁਤ ਘੱਟ ਹੈ, ਬਹੁਤ ਰੇਅਰ ਕਿਤੇ ਨਾ ਕਿਤੇ ਆਈ ਹੋਊਗੀ। ਅਤੇ ਜੇ ਤੁਸੀਂ ਹੋਰ ਕਿਸੇ ਕੰਟਰੀ ਦਾ, ਜਿੱਦਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਆਪਾਂ ਜਾਂ ਨਿਊਜ਼ੀਲੈਂਡ ਦੀ ਗੱਲ ਕਰ ਲਈ, ਉੱਥੇ ਜ਼ਿਆਦਾ ਸੁਣਨ 'ਚ ਆਇਆ ਸੀ ਕਿ ਕਾਲਜ ਜਾਂ ਯੂਨੀਵਰਸਿਟੀਜ਼ ਬਲੈਕ ਲਿਸਟ ਹੁੰਦੀਆਂ। ਉਹ ਤਾਂ ਹੁੰਦੀਆਂ ਨੇ, ਮੰਨ ਲਓ ਤੁਸੀਂ ਤੁਹਾਡੇ ਸਟੂਡੈਂਟ ਜਿਹੜਾ ਤੁਸੀਂ ਆਪ ਹੀ ਯੂਨੀਵਰਸਿਟੀ ਬਣਾਈ ਹੋਈ ਆ, ਤੁਹਾਡੇ ਕੋਲ ਸਟੂਡੈਂਟ ਆਇਆ, ਤੁਸੀਂ ਕਿਹਾ ਕਿ ਠੀਕ ਹੈ ਤੇਰੀ ਹਾਜ਼ਰੀ ਲੱਗੀ ਹੋਈ ਆ, ਤੂੰ ਜਾ ਆਪਣਾ ਕੰਮ ਕਰ ਲੈ। ਉਹ ਸਟੂਡੈਂਟ ਨੇ ਟੈਕਸੀ ਚਲਾਉਂਦੇ ਹੋਏ ਕਿਤੇ ਗਲਤੀ ਕਰ ਦਿੱਤੀ, ਉੱਥੇ ਉਹਦਾ ਚਲਾਨ ਹੋ ਗਿਆ, ਸਰਕਾਰ ਨੂੰ ਦੋਨੇ ਚੀਜ਼ਾਂ ਪਤਾ ਲੱਗ ਗਈਆਂ ਕਿ ਇਹਦੀ ਹਾਜ਼ਰੀ ਵੀ ਲੱਗੀ ਹੋਈ ਆ ਅਤੇ ਇਹਨੇ ਉੱਥੇ ਗਲਤੀ ਵੀ ਕਰ ਦਿੱਤੀ ਹੈ, ਤਾਂ ਉਹ ਸਟੂਡੈਂਟ ਦੇ ਐਕਸ਼ਨ ਲੈਣਗੇ ਹੀ, ਪਰ ਉਹ ਸਭ ਤੋਂ ਵੱਡਾ ਐਕਸ਼ਨ ਯੂਨੀਵਰਸਿਟੀ ਨੂੰ ਬਲੈਕ ਲਿਸਟ ਕਰ ਦੇਣਗੇ। ਉਹ ਉੱਥੇ ਇਹ ਪ੍ਰੋਬਲਮ ਆ ਜਾਂਦੀ ਹੈ। ਯੂਨੀਵਰਸਿਟੀ ਬਲੈਕ ਲਿਸਟ ਹੋਣ ਤੋਂ ਬਾਅਦ ਸਟੂਡੈਂਟ ਕੋਲ ਕੀ ਆਪਸ਼ਨ ਬਚਦਾ ਕਿ ਕੋਈ ਲੀਗਲ ਐਕਸ਼ਨ ਉੱਥੇ ਉਹ ਸਰਕਾਰ 'ਤੇ ਅਪੀਲ ਕੋਈ ਕਰ ਸਕਦਾ, ਜਾਂ ਉਹਨੂੰ ਆਪਣੀ ਕੰਟਰੀ ਵਾਪਸ ਆਉਣਾ ਪਊਗਾ? ਨਹੀਂ ਜੀ, ਉਹ ਸਟੂਡੈਂਟ ਬਿਲਕੁਲ ਉੱਥੇ ਲੀਗਲ ਐਕਸ਼ਨ ਕਰ ਸਕਦਾ, ਲੈ ਸਕਦਾ। ਬੇਸਿਕਲੀ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਯੂਨੀਵਰਸਿਟੀ ਦੇ ਜਿਹੜੇ ਪੈਟਰਨਸ ਹੁੰਦੇ ਉਹ ਚੰਗੇ ਵੀ ਹੁੰਦੇ ਆ, ਉਹ ਤੁਹਾਡੀ ਫੀਸ ਜਿਹੜੀ ਹੈਗੀ ਆ ਉਹ ਪੂਰੀ ਵਾਪਸ ਕਰ ਦਿੰਦੇ ਨੇ, ਅਤੇ ਸਟੂਡੈਂਟ ਕੋਲ ਆਪਸ਼ਨ ਹੁੰਦੀ ਹੈ ਕਿ ਉਹ ਕਿਤੇ ਹੋਰ ਦਾਖਲਾ ਲੈ ਸਕਦਾ। ਹਾਂਜੀ, ਉੱਥੇ ਹੀ ਦਾਖਲਾ ਲੈ ਸਕਦਾ, ਉਹਨੂੰ ਆਪਣੀ ਹੋਮ ਕੰਟਰੀ 'ਚ ਵਾਪਸ ਆਉਣ ਦੀ ਜ਼ਰੂਰਤ ਨਹੀਂ। ਹਾਂਜੀ, ਮਤਲਬ ਸਟੂਡੈਂਟ ਕਈ ਘਬਰਾ ਜਾਂਦੇ ਨੇ ਕਿ ਹੁਣ ਅਸੀਂ ਕੀ ਕਰੀਏ, ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ, ਤਾਂ ਫਿਰ ਉਹ ਇੰਡੀਅਨ ਅੰਬੈਸੀ ਦੇ ਨਾਲ ਗੱਲ ਕਰਨ ਜਾਂ ਕੈਨੇਡੀਅਨ ਆਫਿਸ ਦੇ ਨਾਲ, ਕਿਸੇ ਆਫਿਸਰ ਦੇ ਨਾਲ ਗੱਲ ਕਰਨ, ਕਿੱਥੇ ਉਹ ਜਾਣ? ਦੇਖੋ ਜੀ, ਇੰਡੀਅਨ ਐਮਬੈਸੀ ਦੇ ਨਾਲ ਵੀ ਗੱਲ ਕਰ ਸਕਦੇ ਨੇ ਉਹ। ਇੰਡੀਅਨ ਐਮਬੈਸੀ ਜਿਹੜੀ ਉੱਥੇ ਹੈਗੀ ਆ, ਉਹ ਇਸ ਚੀਜ਼ ਲਈ ਅੱਗੇ ਐਕਸ਼ਨ ਵੀ ਕਰ ਸਕਦੀ ਹੈ। ਅਤੇ ਦੂਜਾ, ਜੇ ਤੁਸੀਂ ਉੱਥੇ ਸਟੂਡੈਂਟ ਕਾਊਂਸਲਸ ਹੁੰਦੀਆਂ ਨੇ, ਤੁਸੀਂ ਉੱਥੇ ਵੀ ਜਾ ਕੇ ਗੱਲ ਕਰ ਸਕਦੇ ਹੋ। ਠੀਕ ਆ। ਹਾਂਜੀ, ਕਈ ਵਾਰ ਹੁੰਦਾ ਕਿ ਕਿਸੇ ਵੀ ਏਜੰਟ ਨੇ ਜਦੋਂ ਸਟੂਡੈਂਟ ਦਾ ਵੀਜ਼ਾ ਲਗਵਾਤਾ, ਉਹਨੂੰ ਬਾਹਰ ਭੇਜ ਦਿੱਤਾ, ਤਾਂ ਜਾਂਦੇ ਹੋਏ ਉਹਨੂੰ ਇੱਕ ਨੰਬਰ ਦੇ ਦਿੱਤਾ ਜਾਂਦਾ ਹੈ ਕਿ ਤੁਸੀਂ ਆਹ ਨੰਬਰ 'ਤੇ ਜਾ ਕੇ ਕਾਲ ਕਰ ਲਿਓ, ਤੁਹਾਡੀ ਜੋਬ ਜਿਹੜੀ ਹੈ ਲਗਵਾ ਦਿੱਤੀ ਜਾਊਗੀ। ਪਰ ਉੱਥੇ ਜਾ ਕੇ ਗੱਲਾਂ ਕੁਝ ਹੋਰ ਹੁੰਦੀਆਂ ਨੇ, ਫਰੋਡ ਨਿਕਲ ਜਾਂਦਾ। ਫਿਰ ਸਟੂਡੈਂਟ ਨੂੰ ਜਿਹੜੀਆਂ ਨੇ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ। ਫਿਰ ਇਹਦਾ ਮਤਲਬ ਇਹ ਸਮਝੀਏ ਕਿ ਸਟੂਡੈਂਟ ਨੂੰ ਏਜੰਟ ਦੇ ਉੱਪਰ ਇਹ ਭਰੋਸਾ ਨਹੀਂ ਕਰਨਾ ਚਾਹੀਦਾ? ਦੇਖੋ, ਜੇ ਤਾਂ ਕਿਸੇ ਏਜੰਟ ਨੇ ਇੱਦਾਂ ਦਾ ਕੋਈ ਪ੍ਰੋਮਿਸ ਕੀਤਾ ਤਾਂ ਉਹ ਬਿਲਕੁਲ ਗਲਤ ਹੈ। ਕੋਈ ਵੀ ਏਜੰਟ ਜਦੋਂ ਕਿਸੇ ਸਟੂਡੈਂਟ ਨੂੰ ਭੇਜਦਾ ਹੈ, ਜੇ ਤਾਂ ਉਹ ਸਟੂਡੈਂਟ ਹੈ, ਵਾਕਈ ਉਹ ਸਟੂਡੈਂਟ ਹੀ ਜਾ ਰਿਹਾ, ਤਾਂ ਉਹਨੂੰ ਸਟੂਡੈਂਟ ਨੂੰ ਹੀ ਪਹਿਲੀ ਗੱਲ ਤਾਂ ਜੋਬ ਦੀ ਝਾਕ ਨਹੀਂ ਕਰਨੀ ਚਾਹੀਦੀ। ਜਦੋਂ ਇੱਕ ਫਰੈਸ਼ਰ ਹੈ, ਅਸੀਂ ਵੀ ਇੰਡੀਆ ਦੇ ਵਿੱਚ ਵੀ ਦੇਖਦੇ ਹਾਂ, ਜਿਹੜਾ ਇੱਕ ਫਰੈਸ਼ਰ ਜਦੋਂ ਕਾਲਜ ਤੋਂ ਜਾਂ ਸਕੂਲ ਤੋਂ ਹਟ ਕੇ ਜਾਂਦਾ ਜਦੋਂ ਬੱਚਾ, ਤਾਂ ਉਹ ਕਿੱਦਾਂ ਦੀਆਂ ਜੋਬਸ ਉਹਨੂੰ ਮਿਲਦੀਆਂ। ਤਾਂ ਸਾਨੂੰ ਇੱਥੋਂ ਹੀ ਆਈਡੀਆ ਲਗਾ ਲੈਣਾ ਚਾਹੀਦਾ ਕਿ ਉੱਥੇ ਸਾਨੂੰ ਕਿੱਦਾਂ ਦੀਆਂ ਜੋਬਸ ਮਿਲਣਗੀਆਂ। ਬੇਸਿਕਲੀ ਉੱਥੇ ਜੋਬਸ ਮਿਲਦੀਆਂ ਨੇ ਸਬਵੇ ਦੇ ਵਿੱਚ, ਜਾਂ ਕਿਤੇ KFC ਦੇ ਵਿੱਚ, ਜਾਂ ਕਿਤੇ ਡਿਲੀਵਰੀ ਦੀ, ਜਾਂ ਕੋਈ ਇੱਦਾਂ ਦੀ ਜੋਬਸ ਮਿਲਦੀਆਂ ਨੇ। ਤਾਂ ਜੋਬਸ ਤਾਂ ਇੱਦਾਂ ਦੀਆਂ ਹੀ ਮਿਲਣਗੀਆਂ ਪਹਿਲਾਂ। ਤਾਂ ਜੇ ਅਸੀਂ ਕੋਈ ਏਜੰਟ ਕਿਸੇ ਨੂੰ ਪ੍ਰੋਮਿਸ ਕਰ ਦਿੰਦਾ ਕਿ ਮੈਂ ਤੁਹਾਨੂੰ ਵਧੀਆ ਜੋਬ ਦਵਾ ਦੂੰਗਾ, ਉੱਥੇ ਇੱਦਾਂ ਕਰ ਦੂੰਗਾ, ਤਾਂ ਉਹਦੇ ਲਈ ਲਾਇਸੈਂਸਿੰਗ ਜਾਂ ਪ੍ਰੈਕਟਿਸ ਦੀ ਜ਼ਰੂਰਤ ਪਹਿਲਾਂ ਹੀ ਹੁੰਦੀ ਆ। ਉਹ ਜੇ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਫਰੈਸ਼ਰ ਦੀ ਜੋਬ ਹੀ ਕਰਨੀ ਪੈਣੀ ਆ। ਉਹ ਉੱਥੇ ਜੇ ਹੁਣ ਕੰਟਰੀ ਕੋਈ ਬੁਲਾ ਰਹੀ ਹੈ, ਤਾਂ ਓਬਵੀਅਸਲੀ ਉੱਥੇ ਜੇ ਉਹ ਜੋਬ ਓਪਰਚੁਨਿਟੀਜ਼ ਹੈਗੀਆਂ ਨੇ ਸਟੂਡੈਂਟਸ ਲਈ, ਇਸੇ ਕਰਕੇ ਉਹ ਬੁਲਾ ਰਹੀ, ਕਿਉਂਕਿ ਇੱਕ ਸਟੂਡੈਂਟ ਜਿਹੜਾ ਹੁੰਦਾ ਇੱਕ ਵਰਕ ਫੋਰਸ ਹੁੰਦੀ ਹੈ ਕਿਸੇ ਕੰਟਰੀ ਦੀ। ਜਦੋਂ ਕੈਨੇਡਾ ਵੀ ਸਟੂਡੈਂਟਸ ਨੂੰ ਬੁਲਾਉਂਦਾ ਤਾਂ ਸਟੂਡੈਂਟ ਨੂੰ ਇੱਕ ਤਰ੍ਹਾਂ ਨਾਲ ਉਹ ਵਰਕ ਫੋਰਸ ਦੀ ਤਰ੍ਹਾਂ ਹੀ ਟਰੀਟ ਕਰਦਾ। ਹਾਂ, ਅਤੇ ਇੱਕ ਹੋਰ ਜੀ, ਉੱਥੇ ਸਟੂਡੈਂਟਸ ਦੀਆਂ, ਕਿਉਂ ਸਾਡੇ ਕੋਲ ਵੀ ਪ੍ਰਾਈਡ ਪੰਜਾਬ TV 'ਤੇ ਮੈਸੇਜਿਸ ਆਉਂਦੇ ਨੇ ਕਾਫੀ, ਕਿ ਅਕੋਮੋਡੇਸ਼ਨ ਦੀ ਬੜੀ ਜ਼ਿਆਦਾ ਪ੍ਰੋਬਲਮ ਹੁੰਦੀ, ਖਾਸ ਤੌਰ 'ਤੇ ਗਰਲ ਸਟੂਡੈਂਟ ਨੂੰ, ਕੁੜੀਆਂ ਨੂੰ। ਫਿਰ ਉਹਨਾਂ ਨੂੰ ਕਿੱਦਾਂ, ਇੱਥੇ ਤੋਂ ਹੀ ਜਿਨ੍ਹਾਂ ਨੂੰ ਨਹੀਂ ਕੋਈ ਜਾਣਦਾ, ਉੱਥੇ ਉਹਨਾਂ ਦਾ ਕੋਈ ਰਿਲੇਟਿਵ ਨਹੀਂ ਹੈਗਾ, ਕਿ ਕਾਲਜ ਅਰੇਂਜ ਕਰ ਦਿੰਦਾ, ਜਾਂ ਆਪਣੇ ਤੌਰ 'ਤੇ ਉੱਥੇ ਕੋਈ ਐਡੀ ਪ੍ਰੋਬਲਮ ਨਹੀਂ ਆਉਂਦੀ ਕਿ ਆਪਾਂ ਆਰਾਮ ਦੇ ਨਾਲ ਜਿਹੜੇ ਅਕੋਮੋਡੇਸ਼ਨ ਵਗੈਰਾ ਲੱਭ ਸਕਦੇ ਹਾਂ? ਦੇਖੋ ਜੀ, ਜਿਹੜਾ ਫੀਮੇਲ ਸਟੂਡੈਂਟਸ ਦਾ ਜਿੱਥੇ ਤੱਕ ਸਵਾਲ ਹੈ, ਅਸੀਂ ਪਹਿਲਾਂ ਹੀ ਰੈਕਮੈਂਡ ਕਰਦੇ ਹਾਂ ਕਿ ਉਹਨਾਂ ਨੂੰ ਇੱਥੋਂ ਹੀ, ਇੰਡੀਆ ਤੋਂ ਹੀ ਅਕੋਮੋਡੇਸ਼ਨ ਅਰੇਂਜ ਕਰਕੇ ਜਾਣਾ ਚਾਹੀਦਾ। ਕਿਉਂਕਿ ਉੱਥੇ ਜਾ ਕੇ ਜਦੋਂ ਤੁਸੀਂ ਲੈਂਡ ਕਰੋ, ਫਿਰ ਤੁਸੀਂ ਅਕੋਮੋਡੇਸ਼ਨ ਦੇਖਣਾ ਸ਼ੁਰੂ ਕਰੋਗੇ, ਤਾਂ ਕਿਤੇ ਵੀ ਕਿ ਤੁਸੀਂ ਅੱਜ ਦਿੱਲੀ ਹੀ ਚਲੇ ਜਾਓ, ਜੇ ਤੁਹਾਡੇ ਕੋਲ ਅਕੋਮੋਡੇਸ਼ਨ ਨਹੀਂ ਹੈਗੀ, ਤੁਹਾਨੂੰ ਥੋੜ੍ਹਾ ਜਿਹਾ ਮੁਸ਼ਕਿਲ ਤਾਂ ਆਊਗੀ। ਠੀਕ ਹੈ, ਇਸ ਕਰਕੇ ਤੁਸੀਂ ਕਿਸੇ ਵੀ ਜਗ੍ਹਾ 'ਤੇ ਜਾ ਰਹੇ ਹੋ, ਤੁਸੀਂ ਉੱਥੇ ਪਹਿਲਾਂ ਹੀ ਔਨਲਾਈਨ, ਅੱਜ ਕੱਲ੍ਹ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ, ਤੁਸੀਂ ਔਨਲਾਈਨ ਅਕੋਮੋਡੇਸ਼ਨ ਸਰਚ ਕਰੋ, ਜਾਂ ਜਿਹੜੇ ਤੁਹਾਡੇ ਫੈਲੋ ਸਟੂਡੈਂਟਸ ਜਾਂ ਪੁਰਾਣੇ ਜਿਹੜੇ ਪਹਿਲਾਂ ਦੇ ਉੱਥੇ ਕੈਨੇਡਾ ਗਏ ਹੋਏ ਤੁਹਾਨੂੰ ਜਾਣਦੇ ਆ, ਉਹਨਾਂ ਨੂੰ ਕਹਿ ਕੇ ਅਰੇਂਜ ਕਰਕੇ ਰੱਖੋ। ਮੇਬੀ ਟੈਂਪਰੇਰੀਲੀ ਅਰੇਂਜ ਕਰਕੇ ਦੇਣੋ, ਪਰ ਤੁਸੀਂ ਪਹਿਲਾਂ ਹੀ ਅਕੋਮੋਡੇਸ਼ਨ ਜ਼ਰੂਰ ਅਰੇਂਜ ਕਰਵਾ ਕੇ ਜਾਓ। ਇੱਕ ਕੋਈ ਕਿਸੇ ਵੀ ਕੰਟਰੀ ਦੇ ਲਈ ਕੋਈ ਪੈਕੇਜਿਸ ਵਗੈਰਾ ਚੱਲ ਰਹੇ ਨੇ? ਕਿਉਂਕਿ ਕਾਫੀ ਐਡਵਰਟੀਜ਼ਮੈਂਟ ਵੀ ਆਉਂਦੀਆਂ ਨੇ ਕਿ
ਮੈਨੂੰ ਤੁਸੀਂ ਏਜੰਟ ਨੂੰ 20 ਲੱਖ ਦੇ ਦਿਓ, 15 ਲੱਖ ਦੇ ਦਿਓ, ਤੁਹਾਡਾ ਮੈਂ ਫੀਸ ਵੀ ਤੁਸੀਂ ਬਾਅਦ ਦੇ ਵਿੱਚ ਦੇਣੀ ਵੀਜ਼ਾ ਲੱਗਣ ਤੋਂ ਬਾਅਦ, ਕੋਈ ਇੱਦਾਂ ਦੇ ਪੈਕੇਜਸ ਹੈ ਜਾਂ ਉਹ ਇੱਕ ਸਿਰਫ ਫਰਾਡ ਆ? ਸਰ ਜੇ ਮੈਂ ਇਹ ਕਹਾਂ ਕਿ ਮੈਂ ਸਟੂਡੈਂਟ ਵੀਜ਼ਾ ਦੇ ਰਿਹਾ ਵੀ, ਇਹ ਸਟੂਡੈਂਟ ਵੀਜ਼ਾ ਹੈ ਸਰ। ਹਾਂਜੀ, ਮੈਂ ਇੱਕ ਕੰਸਲਟੈਂਟ ਹਾਂ, ਮੈਂ ਕਿਸੇ ਦੇ ਸਟੂਡੈਂਟ ਦੀ ਜੋ ਆਫਰ ਲੈਟਰ ਅਪਲਾਈ ਕਰ ਸਕਦਾ, ਮੈਂ ਉਹਦੀ ਐਪਲੀਕੇਸ਼ਨ ਲਗਾ ਸਕਦਾ, ਮੈਂ ਉਹਨੂੰ ਉਸ ਚੀਜ਼ ਨੂੰ ਇੱਕ ਪੈਕੇਜ ਦੀ ਤਰ੍ਹਾਂ ਨਹੀਂ ਵੇਚ ਸਕਦਾ। ਇਹ ਵੈਸੇ ਤਾਂ ਆਪਾਂ ਇੱਕ ਆਪਾਂ ਪੰਜਾਬੀ ਦੇ ਵਿੱਚ ਲਾ ਦਿੰਦੇ ਹਾਂ ਵੀ ਠੀਕ ਹੈ ਫੀਸ ਬਾਅਦ 'ਚ ਦੇ ਦਿਓ ਜਾਂ ਕਿਸ ਤਰ੍ਹਾਂ ਦੇ ਦਿਓ, ਪਰ ਇਹਨੂੰ ਇੱਕ ਤਰ੍ਹਾਂ ਨਾਲ ਜੇ ਆਪਾਂ ਪੈਕੇਜ ਦੀ ਤਰ੍ਹਾਂ ਵੇਚਦੇ ਹਾਂ ਤਾਂ ਉਹ ਇਲੀਗਲ ਹੈਗਾ। ਹਾਂਜੀ, ਅੱਜ ਤੋਂ ਕੁਝ ਸਾਲ ਪਹਿਲਾਂ ਨਿਊਜ਼ੀਲੈਂਡ ਨੇ ਇਹੀ ਐਡਵਰਟਾਈਜ਼ਮੈਂਟ ਨੂੰ ਦੇਖ ਕੇ ਘੱਟੋ ਘੱਟ 400 ਸਟੂਡੈਂਟਸ ਦਾ ਵੀਜ਼ਾ ਰਿਫਿਊਜ਼ ਕੀਤਾ ਸੀਗਾ। ਹਾਂਜੀ, ਤਾਂ ਇਸ ਕਰਕੇ ਜੇ ਅਸੀਂ ਇਹ ਕਹੀਏ ਕਿ ਸਾਡੇ ਕੋਲ ਪੈਕੇਜ ਹੈਗਾ ਜੀ, ਸਾਡੇ ਨਾਲ ਪੈਕੇਜ ਕਰ ਲਓ ਜੀ, ਉਹ ਚੀਜ਼ ਕਿਤੇ ਨਾ ਕਿਤੇ ਚਲੋ ਠੀਕ ਹੈ ਸਟੂਡੈਂਟਸ ਕਰ ਵੀ ਲੈਂਦੇ ਨੇ, ਪਰ ਉਹ ਅਸਲ 'ਚ ਉਹ ਲੀਗਲ ਵੇ ਨਹੀਂ ਹੈਗਾ। ਹਾਂਜੀ, ਫੇਕ ਏਜੰਟ ਤੇ ਜੈਨੂਇਨ ਏਜੰਟ, ਇਹਨਾਂ ਨੂੰ ਪਛਾਣਨ ਦਾ ਸਟੂਡੈਂਟ ਦੇ ਕੋਲ ਸਭ ਤੋਂ ਵਧੀਆ ਤਰੀਕਾ ਕੀ ਆ? ਦੇਖੋ, ਫੇਕ ਏਜੰਟ ਜਿਹੜਾ ਹੁੰਦਾ ਉਹ ਲੌਂਗ ਰਨ ਲਈ ਨਹੀਂ ਰਹਿੰਦਾ। ਉਹ ਕਿਤੇ ਵੀ ਜਦੋਂ ਇੱਕ ਨਵਾਂ ਆਫਿਸ ਖੁੱਲ੍ਹਿਆ ਜਾਂ ਕੋਈ ਨਵਾਂ ਕਿਸੇ ਨੇ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਇਹ ਲਗਾ ਲਓ ਕਿ ਉਹਦੇ ਉੱਤੇ ਜਾਂ ਤਾਂ ਤੁਸੀਂ ਫੇਥ ਕਰੋਗੇ ਤਾਂ ਤੁਹਾਨੂੰ ਫੇਥ ਕਰਨਾ ਪੈਣਾ, ਜਾਂ ਤਾਂ ਜੇ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਕਿਸੇ ਇਹੋ ਜਿਹੇ ਏਜੰਟ ਕੋਲ ਜਾਓ ਜਿਹੜਾ ਪੁਰਾਣਾ ਕੰਮ ਕਰ ਰਿਹਾ। ਤਾਂ ਜੇ ਤੁਸੀਂ ਫੇਕ ਏਜੰਟ ਨੂੰ ਪਛਾਣਨਾ ਚਾਹੁੰਦੇ ਹੋ ਤਾਂ ਉਹਦਾ ਸਭ ਤੋਂ ਪਹਿਲਾਂ ਇਹੀ ਤਰੀਕਾ ਹੈ ਕਿ ਜੇ ਤਾਂ ਉਹ ਨਵਾਂ ਹੈ ਤਾਂ ਉਹਦੀ ਪਰਖ ਕਰਨੀ ਪਏਗੀ, ਉਹਦੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ, ਕਿਉਂਕਿ ਜਿਹੜਾ ਹੁਣ ਆਪਣੇ ਪੰਜਾਬ ਗੌਰਮੈਂਟ ਦਾ ਲਾਇਸੈਂਸਿੰਗ ਸਿਸਟਮ ਹੈਗਾ ਇਹ ਬੜਾ ਵਧੀਆ ਬਣਿਆ ਹੋਇਆ। ਇਹਦੇ ਵਿੱਚ ਤੁਹਾਨੂੰ ਜੇ ਤੁਹਾਡੀ ਗਾਰੰਟੀ ਪਾਈ ਜਾਂਦੀ ਹੈ ਜਿਹੜੇ ਇਨਸਾਨ ਵੱਲੋਂ, ਉਹਦੀ ਵੀ ਗਾਰੰਟੀ ਦਿੱਤੀ ਜਾਂਦੀ ਹੈ। ਤਾਂ ਇਸ ਕਰਕੇ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਲਾਇਸੈਂਸਡ ਜਿਹੜਾ ਏਜੰਟ ਹੈਗਾ ਉਹ ਝੂਠ ਨਹੀਂ ਬੋਲ ਸਕਦਾ, ਉਹ ਕਿਤੇ ਵੀ ਤੁਹਾਨੂੰ ਫਾਲਸ ਪ੍ਰੋਮਿਸ ਨਹੀਂ ਕਰ ਸਕਦਾ, ਉਹ ਕਿਤੇ ਤੁਹਾਡੇ ਪੈਸੇ ਲੈ ਕੇ ਦੌੜ ਨਹੀਂ ਸਕਦਾ। ਮਤਲਬ ਸਟੂਡੈਂਟ ਦੇ ਕੋਲ ਇਹ ਅਥਾਰਟੀ ਹੈ ਕਿ ਏਜੰਟ ਕੋਲ ਜਾ ਕੇ ਕਹਿ ਦੇਵੇ ਪਹਿਲਾਂ ਤੁਸੀਂ ਮੈਨੂੰ ਆਪਣਾ ਲਾਇਸੈਂਸ ਸ਼ੋਅ ਕਰੋ ਤਾਂ ਮੈਂ ਤੁਹਾਡੇ ਕੋਲ ਆਪਣਾ ਜਿਹੜਾ ਪ੍ਰੋਸੈਸ ਅੱਗੇ ਵੀਜ਼ੇ ਦਾ ਕਰਵਾਊਂਗਾ? ਸਰ, ਸਟੂਡੈਂਟ ਦੀ ਜ਼ਰੂਰਤ ਹੀ ਨਹੀਂ ਹੈ। ਜਦੋਂ ਐਡਵਰਟਾਈਜ਼ਮੈਂਟ ਜੇ ਕੋਈ ਏਜੰਟ ਜਦੋਂ ਐਡਵਰਟਾਈਜ਼ਮੈਂਟ ਕਰਦਾ ਹੈ ਤਾਂ ਉਹਦਾ ਲਾਇਸੈਂਸ ਨੰਬਰ ਉਸ ਐਡਵਰਟਾਈਜ਼ਮੈਂਟ ਦੇ ਉੱਤੇ ਹੋਣਾ ਚਾਹੀਦਾ। ਜੇ ਉਸ ਐਡਵਰਟਾਈਜ਼ਮੈਂਟ ਦੇ ਉੱਤੇ ਲਾਇਸੈਂਸ ਨੰਬਰ ਨਹੀਂ ਹੈਗਾ ਤਾਂ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਲਓ ਕਿ ਉਹ ਜਿਹੜਾ ਏਜੰਟ ਹੈਗਾ ਉਹ ਫੇਕ ਹੋਏਗਾ। ਹਾਂਜੀ ਸਰ, ਹੋਰ ਕਾਫੀ ਤਰ੍ਹਾਂ ਦੇ ਡਰ ਨੇ ਜਿਹੜੇ ਸਟੂਡੈਂਟਸ ਦੇ ਵਿੱਚ। ਇੱਕ ਮੇਰਾ ਆਖਰੀ ਸਵਾਲ ਆ, ਉਹਨਾਂ ਨੂੰ ਡਰ ਕੱਢਣ ਦੇ ਲਈ ਇੱਕ ਕੋਈ ਮੈਸੇਜ, ਕਿਉਂਕਿ ਤੁਸੀਂ ਵੀਜ਼ਾ ਪ੍ਰੋਸੈਸ ਕਰਦੇ ਰਹਿੰਦੇ ਹੋ, ਤੁਹਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਸਟੂਡੈਂਟ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਡਰ ਕੱਢਣ ਦੇ ਲਈ ਕੀ ਕਹੋਗੇ? ਕਿਉਂਕਿ ਜੇ ਕਿਸੇ ਨਾਲ ਇੱਕ ਵਾਰੀ ਧੋਖਾ ਹੋ ਜਾਂਦਾ ਤਾਂ ਉਹ ਸਟੂਡੈਂਟ ਕਿਸੇ ਵੀ ਏਜੰਟ 'ਤੇ ਜਲਦੀ ਜਿਹੜਾ ਭਰੋਸਾ ਨਹੀਂ ਕਰ ਸਕਦਾ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਜਦੋਂ ਤੁਸੀਂ ਕੋਈ ਕੰਮ ਕਰਨਾ ਹੈ, ਮੰਨ ਲਓ ਤੁਸੀਂ ਕਿਸੇ ਕੰਟਰੀ 'ਚ ਹੋਰ 'ਚ ਜਾਣਾ ਹੈ ਤਾਂ ਤੁਹਾਨੂੰ ਕਿਸੇ ਨਾ ਕਿਸੇ 'ਤੇ ਫੇਥ ਕਰਨਾ ਹੀ ਪੈਣਾ। ਤਾਂ ਤੁਸੀਂ ਕਿਸੇ ਏਜੰਟ ਦੇ ਜਿਹੜੇ ਪੁਰਾਣੇ ਵੀਜ਼ਾਸ ਲੱਗੇ ਹੋਏ ਜਾਂ ਉਹਨਾਂ ਦੇ ਗੂਗਲ 'ਤੇ ਰਿਵਿਊਜ਼ ਨੇ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਆਰਗੈਨਿਕ ਹੁੰਦੀਆਂ ਨੇ, ਉਹ ਰੀਅਲ ਹੁੰਦੀਆਂ ਨੇ, ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਕਿ ਕੋਈ ਏਜੰਟ ਦੇ ਨੈਗੇਟਿਵ ਰਿਵਿਊਜ਼ ਤਾਂ ਨਹੀਂ ਹੈਗੇ, ਜਾਂ ਨੈਗੇਟਿਵ ਨੂੰ ਪੋਜ਼ੀਟਿਵ ਦੇ ਨਾਲ ਤੋਲ ਲਓ, ਕਿਉਂਕਿ ਕੋਈ ਏਜੰਟ ਬਿਜ਼ਨਸ ਕਰਦਾ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਕਿਸੇ ਨਾ ਕਿਸੇ ਤੋਂ ਹੋਈ ਹੁੰਦੀ ਹੈ। ਤਾਂ ਇਹ ਨਹੀਂ ਹੈਗਾ ਕਿ ਹਰ ਇੱਕ ਬੰਦਾ 100% ਹੀ ਰੋਂਗ ਹੁੰਦਾ। ਜੇ ਕੋਈ 100% ਰੋਂਗ ਹੈਗਾ ਤਾਂ ਉਹਦੇ ਗੂਗਲ ਰਿਵਿਊਜ਼ ਜਿਹੜੇ ਨੇ ਉਹ ਦੱਸ ਦੇਣਗੇ। ਤਾਂ ਇਸ ਕਰਕੇ ਏਜੰਟ ਨੂੰ ਪਛਾਣਨ ਦੇ ਵਿੱਚ ਤੁਸੀਂ ਗਲਤੀ ਨਾ ਕਰੋ। ਬਾਕੀ ਜਿੱਦਾਂ ਕਹਿ ਲਈਏ ਕਿ ਅਸੀਂ ਫੋਰ ਗਰੰਟਡ ਵੀ ਕਈ ਵਾਰੀ ਲੈ ਲੈਂਦੇ ਹਾਂ। ਜਿੱਦਾਂ ਮੰਨ ਲਓ ਕੋਈ ਸਟੂਡੈਂਟ ਹੈ, ਜਦੋਂ ਉਹਦਾ ਆਇਲਟਸ ਕਲੀਅਰ ਹੋ ਗਿਆ, ਐਪਲੀਕੇਸ਼ਨ ਉਹਨੇ ਫਾਈਲ ਲਾਤੀ, ਉਹਦਾ ਆਫਰ ਲੈਟਰ ਆ ਗਿਆ, ਸਭ ਕੁਝ ਉਹਨੇ ਐਪਲੀਕੇਸ਼ਨ ਡਨ ਕਰਤੀ, ਤਾਂ ਉਹ ਸਟੂਡੈਂਟ ਆਪਣੇ ਆਪ ਨੂੰ ਉਸ ਟਾਈਮ ਕੈਨੇਡਾ 'ਚ ਸਮਝਣ ਲੱਗ ਜਾਂਦੇ ਕਿ ਅਸੀਂ ਕੈਨੇਡਾ ਪਹੁੰਚ ਗਏ ਹਾਂ। ਜਦੋਂ ਤੱਕ ਤੁਹਾਡਾ ਅਪਰੂਵਲ ਨਹੀਂ ਆਉਂਦਾ, ਤੁਸੀਂ ਆਪਣੇ ਦਿਮਾਗ ਦੇ ਵਿੱਚ ਕਦੀ ਵੀ ਇਹ ਨਾ ਸੋਚੋ ਕਿ ਤੁਸੀਂ ਕੈਨੇਡਾ ਪਹੁੰਚ ਚੁੱਕੇ ਹੋ। ਜਦੋਂ ਫੋਰ ਗਰਾਂਟਡ ਤੁਸੀਂ ਕਿਸੇ ਚੀਜ਼ ਨੂੰ ਲੈ ਲੈਂਦੇ ਹੋ ਅਤੇ ਜੇ ਉਹ ਕੱਲ੍ਹ ਨੂੰ ਰਿਫਿਊਜ਼ਲ ਕਿਸੇ ਵੀਜ਼ਾ ਆਫਿਸਰ ਦੀ ਗਲਤੀ ਨਾਲ ਹੀ ਮੰਨ ਲਓ ਕਿਸੇ ਰਿਫਿਊਜ਼ਲ ਆ ਗਿਆ, ਤਾਂ ਫਿਰ ਵੀ ਤੁਹਾਨੂੰ ਜਿਹੜੀ ਤੁਹਾਡੀ ਭਾਵਨਾਵਾਂ ਨੇ ਉਹ ਹਰਟ ਹੋ ਜਾਂਦੀਆਂ ਨੇ। ਤਾਂ ਇਸ ਕਰਕੇ ਇਸ ਚੀਜ਼ ਨੂੰ ਹਮੇਸ਼ਾ ਫੋਰ ਗਰਾਂਟਡ ਨਹੀਂ ਲੈਣਾ ਚਾਹੀਦਾ। ਜਿਹੜਾ ਵੀਜ਼ਾ ਐਪਲੀਕੇਸ਼ਨ ਹੁੰਦੀ ਹੈ ਉਹ ਟੈਂਪਰੇਰੀ ਵੀਜ਼ਾ ਜਿਹੜਾ ਹੁੰਦਾ, ਉਹਦੀ ਕਦੇ ਵੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਤੁਹਾਨੂੰ ਮਿਲੇਗਾ ਜਾਂ ਨਹੀਂ ਮਿਲੇਗਾ। ਉਹ ਇੱਕ ਹਮੇਸ਼ਾ ਵੀਜ਼ਾ ਆਫਿਸਰ ਦੇ ਡਿਸੀਜਨ ਦੇ ਉੱਪਰ ਡਿਪੈਂਡ ਕਰਦਾ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ।
ਦਰਸ਼ਕੋ, ਇਹ ਸਨ ਬਾਈ ਭੁਪਿੰਦਰ ਸਿੰਘ ਹੋਣੀ, ਜਿਨ੍ਹਾਂ ਨੇ ਸਟੂਡੈਂਟਸ ਦੇ ਮਨਾਂ ਦੇ ਵਿੱਚ ਜਿਹੜੇ ਸਵਾਲ ਉੱਠਦੇ ਸੀ, ਕਿਉਂਕਿ ਕਾਫੀ ਸਟੂਡੈਂਟਸ ਜਿਹੜਾ ਏਜੰਟਸ ਦੇ ਧੋਖੇ ਦਾ ਸ਼ਿਕਾਰ ਵੀ ਹੁੰਦੇ ਨੇ, ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਜਿਹੜੇ ਇਹ ਡਾਊਟਸ ਨੇ ਸਟੂਡੈਂਟਸ ਦੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ। ਸਾਡੀ ਟੀਮ ਦੀ ਇਹੀ ਕੋਸ਼ਿਸ਼ ਹੁੰਦੀ ਕਿ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚ ਕੀਤੀ ਜਾ ਸਕੇ। ਅੱਗੇ ਹੋਰ ਕਿਸੇ ਨਵੇਂ ਏਜੰਟ ਦੇ ਨਾਲ ਅਸੀਂ ਜਲਦੀ ਤੁਹਾਡੇ ਤੱਕ ਮਿਲਾਂਗੇ। ਤਦ ਤੱਕ ਲਈ ਸੰਸਾਰਦੀਪ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।